दुख हरो हे शरण जोग दयाल है दीनानाथ मया करो। शरीर स्वस्थ क्षीण समय सिमरंत नानक राम दामोदर माधव है। मैं मूर्ख की केतक बात है कोट पराधी तरया रे। गुरु नानक जिन सुनया पेखिया से फिर गर्भास न परया रे। गुरु नानक जिन सुनया पेखिया से फिर गर्भास न परया रे। परम सन्मान आवर साहिबे कमाल बारगाहे इनायत के मालक कलयुगी जीवों के उद्धार करता साहिबे सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलां च विराजमान गुरु प्यारी साध संगत गुरुदेव जी दे दर तों निवाजी हुई महान बरकत नूं प्राप्त करदिआं गुरु की अमृत बाणी दा कीर्तन आपने प्रेम सहित सरवण कीता है। कुछ समा होर महिमा दे मालक तन तन गुरु पिता श्री गुरु नानक देव गरीब नवाज पातशाह जी दी पावन उस्ताद द्वारा मन गुरु चरना नाल जुड़ सके एकाग्रता अदब ते आनंद दी दात झोली च पै सके। दोहां हत्थां नूं हिरदे दे सामने जोड़दिआं नेत्र बंद करके ऐसा गहराई तो महसूस करिए कि साडा सीस गुरु नानक देव जी दे चरण कमलां ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गल वकड़ी करदिआं चरण चुमदिआं होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। सतगुरु पातशाह जी दे निवाजे हुए गुरसिख जिन्हां नूं श्री गुरु ग्रंथ साहिब महाराज जी दी संपादना वेले सारी लिखण दी सेवा प्राप्त हुई है और गुरु नानक दी गुरु अर्जन देव साहिब जी दी गुरु ग्रंथ साहिब जी दी बाणी दा जिन्हां दी बाणी नूं कुंजी दा खिताब प्राप्त है। भाई साहब भाई गुरदास जी दियां दो महान रस लबरेज पंक्तियां हन जिन्हां नूं आधार बना के विचार आप नाल सांझी करनी है।
ਜਿਸ ਵਿੱਚ ਭਾਈ ਸਾਹਿਬ ਜੀ ਨੇ ਇੰਤਹਾਈ ਖੂਬਸੂਰਤ ਜ਼ਿਕਰ ਕੀਤਾ ਹੈ। ਕਹਿੰਦੇ ਨੇ ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਜੀਵਨ ਨੂੰ ਗੌਰ ਨਾਲ ਵਿਚਾਰ ਕੇ ਦੇਖੀਏ ਤਾਂ ਆਪਨੇ 9 ਖੰਡ ਪ੍ਰਿਥਵੀ ਦਾ ਭਰਮਣ ਕੀਤਾ ਔਰ ਯੁਗਾਂ ਯੁਗਾਂਤਰਾਂ ਤੋਂ ਬੁਝੇ ਹੋਏ ਹਿਰਦਿਆਂ ਵਿੱਚ ਪ੍ਰਭੂ ਦੇ ਪ੍ਰੇਮ ਦਾ ਚਿਰਾਗ ਰੋਸ਼ਨ ਕੀਤਾ, ਪ੍ਰਭੂ ਪ੍ਰੇਮ ਦੀ ਜੋਤ ਪ੍ਰਜਵਲਿਤ ਕੀਤੀ। ਉਸ ਵੇਲੇ ਜੋ ਵੱਡੇ ਵੱਡੇ ਸਿੱਧ ਪੁਰਸ਼ ਸਨ, ਜੋ ਆਪਣੇ ਮਕਸਦ ਵਿੱਚ ਸਿੱਧ ਤੋਂ ਮੁਰਾਦ ਜੋ ਆਪਣੇ ਮਕਸਦ ਵਿੱਚ ਸਫਲ ਹੋਏ ਸਨ, ਉਹਨਾਂ ਨੇ ਆਪਣੀ ਸਫਲ ਬੁੱਧੀ ਬਲ ਨਾਲ ਪਰਖਦਿਆਂ ਹੋਇਆਂ, ਨਿਰਖਦਿਆਂ ਹੋਇਆਂ ਤੇ ਚੰਗੀ ਤਰ੍ਹਾਂ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਕੌਣ ਬੋਲ ਆਖੇ ਕਿ हे ਗੁਰੂ ਨਾਨਕ ਦੇਵ ਜੀ ਮਹਾਰਾਜ, ਬੜੇ ਬੜੇ ਪੂਜਨੀਕ ਮਹਾਂਪੁਰਖ, ਮਹਾਨ ਪੂਜਨੀਕ ਸ਼ਖਸੀਅਤਾਂ, ਅਵਤਾਰ, ਪੈਗੰਬਰ ਇਤਿਆਦਿਕ ਇਸ ਧਰਤੀ ਤੇ ਆਏ ਹਨ, ਜਿਨ੍ਹਾਂ ਨੂੰ ਲੋਕਾਂ ਨੇ ਵੱਡੇ ਸਨਮਾਨ ਨਾਲ ਆਪਣਾ ਸੀਸ ਝੁਕਾਇਆ। ਪਰ ਉਹਨਾਂ ਸਾਰਿਆਂ ਵਿੱਚ ਜੇ ਸਭ ਤੋਂ ਵੱਡਾ ਕੋਈ ਸੰਸਾਰ ਤੇ ਆਇਆ ਹੈ ਤੇ हे ਗੁਰੂ ਨਾਨਕ ਦੇਵ ਮਹਾਰਾਜ ਤੁਸੀਂ ਆਏ ਹੋ, ਤੁਹਾਡੇ ਜਿਤਨਾ ਵੱਡਾ ਹੋਰ ਕੋਈ ਨਹੀਂ ਆਇਆ। ਤੁਹਾਡੀ ਨਾਮ ਦੀ ਕਮਾਈ, ਤੁਹਾਡੇ ਪ੍ਰੇਮ ਦੀ ਕਮਾਈ, ਤੁਹਾਡੇ ਨਿਰਮਾਣਤਾ ਤੇ ਮਿੱਠ ਬੋਲੜੇ ਸੁਭਾਅ ਦੀ ਕਮਾਈ ਨੂੰ ਜੇ ਦੇਖੀਏ ਤਾਂ ਇਸ ਤਰ੍ਹਾਂ ਦੀਆਂ ਬਰਕਤਾਂ ਹੋਰ ਕਿਸੇ ਵੀ ਮਹਾਂਪੁਰਖ ਦੀ ਝੋਲੀ ਵਿੱਚ ਨਹੀਂ ਹੈਗੀਆਂ, ਜਿਸ ਤਰ੍ਹਾਂ ਦੀਆਂ ਬਰਕਤਾਂ ਨਾਲ ਸੰਸਾਰ ਦੀ ਝੋਲੀ ਨੂੰ ਤੁਸੀਂ ਭਰ ਦਿੱਤਾ ਹੈ। ਬੜੇ ਗਹਿਰੇ ਬੋਲ ਹਨ। ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਸਤਿਗੁਰੂ ਆਪ ਫਰਮਾਨ ਕਰਦੇ ਨੇ, ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ, ਇਸ ਵਿੱਚ ਅੰਮ੍ਰਿਤ ਬੋਲ ਸਾਡੀ ਝੋਲੀ 'ਚ ਪਏ ਹੋਏ ਦਿਖਾਈ ਪੈਂਦੇ ਹਨ, ਜਿਨ੍ਹਾਂ 'ਚ ਆਪ ਫਰਮਾਨ ਕਰਦੇ ਨੇ, ਪਾਰ ਬ੍ਰਹਮ ਪਰਮੇਸ਼ਵਰ ਦੀ ਸਾਰੀ ਬਰਕਤ, ਸਾਰੀ ਇਨਾਇਤ ਤੇ ਸਾਰੀ ਵਡਿਆਈ ਇਕੱਠੀ ਹੋਈ ਤੇ ਉਹ ਪ੍ਰਤੱਖ ਰੂਪ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਜਾਮੇ ਦੁਆਰਾ ਸੰਸਾਰ ਨੂੰ ਉਸ ਦੀ ਝਲਕ ਮਿਲੀ, ਸੰਸਾਰ ਨੂੰ ਉਸ ਦਾ ਦੀਦਾਰ ਹੋਇਆ ਤੇ ਸੰਸਾਰ ਨੂੰ ਉਹ ਮਹਾਨ ਬਰਕਤ ਪ੍ਰਾਪਤ ਹੋਈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਐ ਗੁਰੂ ਨਾਨਕ ਦੇਵ ਮਹਾਰਾਜ, ਸਾਰੇ ਯੁੱਗਾਂ ਵਿੱਚ ਤੁਹਾਡੇ ਨਾਲੋਂ ਵੱਡੀ ਵਡਿਆਈ ਵਾਲਾ ਹੋਰ ਕੋਈ ਸੰਸਾਰ ਦੇ ਦਿਖਾਈ ਨਹੀਂ ਪੈਂਦਾ। ਜਿਤਨੀਆਂ ਵਡਿਆਈਆਂ ਆਪ ਲੈ ਕੇ ਆਏ ਹੋ ਤੇ ਜਿਤਨੀਆਂ ਵਡਿਆਈਆਂ ਜਗਤ ਨੂੰ ਤੁਸੀਂ ਵੰਡ ਦਿੱਤੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਨੂੰ ਦੇਖੀਏ ਤੇ ਇੱਕ ਦ੍ਰਿਸ਼, ਇੱਕ ਵਾਕਿਆ ਮੈਂ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ ਹਾਂ। ਬੜੇ ਪ੍ਰੇਮ ਨਾਲ ਸਰਵਣ ਕਰਨਾ। ਇਹ ਵਾਕਿਆ ਆਪ ਜੀ ਦੇ ਨਜ਼ਰ ਕਰਾਂ ਪੇਸ਼ਤਰ। ਮਨ ਕਰਦਾ ਹੈ ਜਿਤਨੇ ਭਾਗਸ਼ਾਲੀ ਹਾਜ਼ਰੀਨ ਮਹਾਰਾਜ ਜੀ ਦੀ ਹਾਜ਼ਰੀ ਭਰ ਰਹੇ ਹੋ, ਇੱਕ ਦਫਾ ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਮੈਨੂੰ ਸਰਵਣ ਕਰਾਓ। ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਦਫਾ ਫਿਰ ਸਾਰੇ ਮਾਈ ਭਾਈ ਗੱਜ ਕੇ ਆਖੋ ਜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇਹ ਮਨੁੱਖੀ ਸੰਸਾਰ ਦਾ ਇੱਕ ਇਤਿਹਾਸ ਹੈਗਾ ਹੈ ਕਿ ਅੱਜ ਤੱਕ ਜਿਤਨੇ ਵੀ ਸੰਸਾਰ ਤੇ ਮਨੁੱਖ ਆਏ ਨੇ, ਚਾਹੇ ਮਹਾਂਪੁਰਖ ਨੇ, ਚਾਹੇ ਪੂਜਨੀਕ ਪੁਰਖ ਨੇ ਤੇ ਚਾਹੇ ਅਵਤਾਰ ਪੈਗੰਬਰੀ ਪੁਰਸ਼ ਨੇ,
ਉਹਨਾਂ ਸਾਰਿਆਂ ਦਾ ਜਨਮ ਸਾਡੇ ਸਮੇਤ ਰੋਂਦਿਆਂ ਹੋਇਆਂ ਹੀ ਹੋਇਆ ਹੈ। ਜਨਮ ਵੇਲੇ ਸਭ ਦੇ ਰੋਣ ਦੀ ਆਵਾਜ਼ ਕੰਨਾਂ 'ਚ ਸੁਣਾਈ ਪਈ ਹੈ। ਸਭ ਨੇ ਸੰਸਾਰ ਤੇ ਆ ਕੇ ਸਭ ਤੋਂ ਪਹਿਲਾਂ ਜਿਹੜਾ ਨਾਦ ਪ੍ਰਗਟ ਕੀਤਾ ਉਹ ਰੋਣ ਦੀ ਆਵਾਜ਼ ਸੁਣਾਈ ਪਈ। ਰੁਦਨ ਕਰਦੇ ਹੋਏ ਅਸੀਂ ਸਾਰੇ ਸੰਸਾਰ ਤੇ ਆਏ ਹਾਂ। ਪਰ ਕਮਾਲ ਦੀ ਗੱਲ ਹੈ, ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹਿਦ ਇਸ ਧਰਤੀ ਦੇ ਪਹਿਲੇ ਮਹਾਂਪੁਰਖ ਨੇ ਜਿਨ੍ਹਾਂ ਨੇ ਸੰਸਾਰ ਤੇ ਰੋਂਦਿਆਂ ਹੋਇਆ ਜਨਮ ਨਹੀਂ ਲਿਆ, ਬਲਕਿ ਗੁਰੂ ਨਾਨਕ ਮੁਸਕਰਾਉਂਦਿਆਂ ਹੋਇਆ ਜਨਮ ਲੈ ਕੇ ਆਏ। ਤੁਸੀਂ ਬੇਸ਼ੱਕ ਇਤਿਹਾਸ ਵਿੱਚ ਇਹ ਗਾਥਾ ਪੜ੍ਹ ਸਕਦੇ ਹੋ, ਗੁਰੂ ਨਾਨਕ ਦੇਵ ਜੀ ਦੀਆਂ ਜਨਮ ਸਾਖੀਆਂ ਵਿੱਚ ਇਹ ਗਾਥਾ ਪੜ੍ਹ ਸਕਦੇ ਹੋ। ਜਿਸ ਦਿਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਨਮ ਹੋਇਆ, ਉਹਨਾਂ ਨੇ ਸੰਸਾਰ ਤੇ ਰੋਂਦਿਆਂ ਹੋਇਆ ਜਨਮ ਨਹੀਂ ਲਿਆ। ਉਸ ਵੇਲੇ ਜੋ ਮਿਡਵਾਈਫਰੀ ਦੀ ਸੇਵਾ ਨਿਭਾਉਣ ਵਾਲੀ ਦੌਲਤਾਂ ਨਾਮ ਦੀ ਦਾਈ ਕੋਲ ਸੀ ਨਾ, ਉਹਦੀਆਂ ਸਹਾਇਕ ਦਾਈਆਂ ਹੋਰ ਵੀ ਹੈਗੀਆਂ ਸਨ, ਪਰ ਪ੍ਰਮੁੱਖ ਦਾਈ ਦਾ ਨਾਮ ਦੌਲਤਾਂ ਦਾਈ ਕਰਕੇ ਸਾਡੇ ਇਤਿਹਾਸ ਵਿੱਚ ਦਰਜ ਹੈ। ਪਹਿਲਾਂ ਤੇ ਉਹ ਬਹੁਤ ਖੁਸ਼ ਸੀ ਵੀ ਵੱਡਾ ਘਰਾਣਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਤੇ ਵੱਡੇ ਘਰਾਣੇ ਵਿੱਚ ਬਾਲਕ ਜਨਮ ਲੈਂਦਾ ਪਿਆ। ਬਾਬਾ ਕਾਲੂ ਜੀ ਦੇ ਵੱਡੇ ਘਰਾਣੇ ਵਿੱਚ ਆ ਰਹੇ ਨੇ ਤੇ ਸਾਨੂੰ ਚੰਗਾ ਕੱਪੜਾ, ਸੋਹਣੇ ਬਸਤਰ ਔਰ ਸੋਹਣੀਆਂ ਖਾਣ ਪੀਣ ਦੀਆਂ ਵਸਤੂਆਂ ਤੇ ਨਾਲ ਧਨ ਵੀ ਚੰਗਾ ਪ੍ਰਾਪਤ ਹੋਵੇ। ਅੱਜ ਵਰਗੀ ਗੱਲ ਨਹੀਂ ਸੀ ਵੀ ਪਹਿਲੇ ਫੀਸ ਤੈਅ ਕਰਕੇ ਡਾਕਟਰ ਆਵੇ ਜਾਂ ਦਾਈ ਆਵੇ। ਉਹਨਾਂ ਦਿਨਾਂ ਵਿੱਚ ਇਸ ਤਰ੍ਹਾਂ ਤੈਅ ਕੋਈ ਨਹੀਂ ਸੀ ਹੁੰਦਾ। ਲੋਕ ਧਰਮ ਦੇ ਮਾਰਗ ਤੇ ਚੱਲਦੇ ਸਨ ਤੇ ਬਿਨਾਂ ਕੋਈ ਤੈਅਸ਼ੁਦਾ, ਬਿਨਾਂ ਕੋਈ ਤੈਅ ਕੀਤਿਆਂ ਉਹ ਆ ਕੇ ਸੇਵਾ ਕਰਦੇ ਸਨ। ਘਰ ਵਿੱਚ ਤਬੀਬ ਆਉਂਦੇ ਸਨ, ਵੈਦ ਆਉਂਦੇ ਸਨ, ਇਲਾਜ ਕਰਦੇ ਸਨ। ਮਜ਼ਾਲ ਹੈ ਕੋਈ ਤੈਅ ਕਰਕੇ ਆਉਂਦਾ ਹੋਵੇ ਵੀ ਇੰਨੀ ਫੀਸ ਲਵਾਂਗੇ ਤੇ ਫੇਰ ਅਸੀਂ ਆਵਾਂਗੇ। ਅੱਜ ਤੇ ਸਾਧ ਸੰਗਤ ਜ਼ਮਾਨਾ ਹੀ ਬਦਲ ਗਿਆ। ਰਾਗੀ ਜਥਾ ਬੁਲਾਉਣਾ ਹੋਵੇ ਨਾ ਤੇ ਉਹ ਵੀ ਪਹਿਲਾਂ ਤੈਅ ਕਰਦੇ ਨੇ ਵੀ ਪਤਾ ਨਹੀਂ ਤੁਹਾਡੀ ਸੰਗਤ ਥੋੜੀ ਆਵੇ ਕਿ ਜ਼ਿਆਦਾ ਆਵੇ, ਸਾਨੂੰ ਪਹਿਲਾਂ ਇੰਨਾ ਚੈੱਕ ਮੰਨ ਲਵੋ ਤੇ ਫੇਰ ਅਸੀਂ ਆਵਾਂਗੇ। ਅੱਜ ਸਾਧ ਸੰਗਤ ਜ਼ਮਾਨਾ ਬਦਲ ਗਿਆ। ਡਾਕਟਰ, ਮੈਡੀਕਲ ਸਾਇੰਸ ਤਮਾਮ ਇਹ ਜਿਹੜਾ ਖੇਤਰ ਹੈ ਇੱਕ ਤਰ੍ਹਾਂ ਨਾਲ ਵਪਾਰਕ ਖੇਤਰ ਬਣ ਗਿਆ, ਔਰ ਧਾਰਮਿਕ ਖੇਤਰ ਵੀ ਕਿਸੇ ਹੱਦ ਤੱਕ ਵਪਾਰਕ ਖੇਤਰ ਬਣ ਗਿਆ। ਉਹਨਾਂ ਦਿਨਾਂ ਵਿੱਚ ਲੋਕ ਧਰਮ ਅਨੁਸਾਰ ਚੱਲਦੇ ਸਨ। ਉਹ ਕੋਈ ਤੈਅ ਕਰਕੇ ਨਹੀਂ ਆਏ ਸਨ, ਬਸ ਉਹਨਾਂ ਨੂੰ ਸੱਦਾ ਦਿੱਤਾ ਗਿਆ ਵੀ ਇਸ ਤਰ੍ਹਾਂ ਮਾਤਾ ਤ੍ਰਿਪਤਾ ਜੀ ਦੇ ਕੁੱਖ ਤੋਂ ਕੋਈ ਬਾਲਕ ਜਨਮ ਲੈਣ ਵਾਲਾ ਹੈ ਤੇ ਤੁਸੀਂ ਸੇਵਾ ਮੁਹੱਈਆ ਕਰਾਉਣੀ। ਪਰ ਖੁਸ਼ ਬੜੇ ਸਨ ਦੌਲਤਾਂ ਦਾਈ ਬਈ ਵੱਡਾ ਘਰਾਣਾ ਹੈ। ਅਸੀਂ ਆਮ ਕਰਕੇ ਬਾਬਾ ਕਾਲੂ ਜੀ ਨੂੰ ਧੰਨ ਪਿਤਾ ਪ੍ਰਧਾਨ ਮਹਾਰਾਜ ਦੀ ਬਾਣੀ ਚ ਦਰਜ ਹੈ, ਉਹਨਾਂ ਵਾਸਤੇ ਬਚਨ ਹੈ, ਧੰਨ ਜਨਨੀ ਜਿਨ ਜਾਇਆ ਧੰਨ ਪਿਤਾ ਪ੍ਰਧਾਨ। ਅਸੀਂ ਆਮ ਕਰਕੇ ਉਹਨਾਂ ਨੂੰ ਇੱਕ ਮਾਮੂਲੀ ਜਿਹਾ ਪਟਵਾਰੀ ਸਮਝਦੇ ਹਾਂ ਵੀ ਗੁਰੂ ਨਾਨਕ ਦੇ ਪਿਤਾ ਇੱਕ ਪਟਵਾਰੀ ਦੇ ਕਾਰ ਵਿਹਾਰ ਕਰਦੇ ਸਨ। ਅਸਲ ਵਿੱਚ ਮਾਮੂਲੀ ਪਟਵਾਰੀ ਨਹੀਂ ਸਨ, ਮਹਿਕਮਾ ਪਟਵਾਰ ਦੇ ਹੈੱਡ ਸਨ ਬਾਬਾ ਕਾਲੂ ਜੀ। ਜਾਂ ਜੇ ਅੱਜ ਦੀ ਭਾਸ਼ਾ ਵਿੱਚ ਦੇਖੀਏ ਤੇ ਮਹਿਕਮਾ ਮਾਲ ਉਹਨਾਂ ਦਿਨਾਂ ਵਿੱਚ ਸਭ ਤੋਂ ਵੱਡਾ ਮੰਤਰਾਲੇ ਹੁੰਦਾ ਸੀ, ਸਭ ਤੋਂ ਵੱਡੀ ਮਿਨਿਸਟਰੀ ਹੁੰਦੀ ਸੀ। ਅੱਜ ਕੱਲ੍ਹ ਇਸ ਨੂੰ ਰੈਵਨਿਊ ਡਿਪਾਰਟਮੈਂਟ ਕਹਿ ਦਿੰਦੇ ਨੇ। ਉਹਦੇ ਹੈੱਡ ਸਨ ਬਾਬਾ ਕਾਲੂ ਜੀ। ਔਰ ਰਾਏ ਬੁਲਾਰ ਦੀ ਗੈਰ ਮੌਜੂਦਗੀ ਵਿੱਚ ਜਿਨ੍ਹਾਂ ਨੂੰ ਰਾਜ ਮੋਹਰ ਹੱਕ ਵਰਤਣ ਦਾ ਹੱਕ ਸੀ, ਉਹ ਮਹਾਨ ਸ਼ਖਸੀਅਤ ਸਨ ਬਾਬਾ ਕਾਲੂ ਜੀ। ਇੱਕ ਬੰਦੇ ਦੇ ਦੋ ਸਰਨੇਮ ਨਹੀਂ ਹੁੰਦੇ, ਉਹਨਾਂ ਦਾ ਸਰਨੇਮ ਬੇਦੀ ਹੈ ਤੇ ਉਹਨਾਂ ਦੀ ਪਦਵੀ ਦਾ ਨਾਮ ਮਹਿਤਾ ਹੈਗਾ, ਤੇ ਮਹਿਤਾ ਦਾ ਮਤਲਬ ਹੈ ਛੋਟਾ ਰਾਜਾ। ਰਾਜ ਮੋਹਰ ਵਰਤਣ ਦਾ ਹੱਕ ਉਹ ਸਾਰੀ ਮਿਨਿਸਟਰੀ ਵਿੱਚ, ਉਹ ਸਾਰੀ ਰਿਆਸਤ ਵਿੱਚ, ਉਹ ਸਾਰੀ ਸਲਤਨਤ ਵਿੱਚ ਰਾਏ ਬੁਲਾਰ ਤੋਂ ਬਾਅਦ ਅਗਰ ਕਿਸੇ ਨੂੰ ਪ੍ਰਾਪਤ ਸੀ ਤੇ ਉਹ ਬਾਬਾ ਕਾਲੂ ਜੀ ਸਨ। ਸਾਰੇ ਪਟਵਾਰੀ ਉਹਨਾਂ ਨੂੰ ਆ ਕੇ ਰਿਪੋਰਟ ਕਰਦੇ ਸਨ ਬਈ ਫਲਾਣੇ ਥਾਂ ਮਾਮਲਾ ਆ ਗਿਆ ਹੈ, ਫਲਾਣੇ ਥਾਂ ਇੰਨਾ ਬਾਕੀ ਹੈ ਤੇ ਫਲਾਣੇ ਥਾਂ ਕੋਈ ਫਸਲ ਨਹੀਂ ਹੋਈ, ਉਹ ਮਾਫ ਕਰਨਾ ਹੈ ਕਿ ਮੰਗਣਾ ਹੈ। ਉਹ ਸਾਰਾ ਡਿਸੀਜਨ ਬਾਬਾ ਕਾਲੂ ਜੀ ਲੈਂਦੇ ਸਨ।
ਰਾਏ ਬੁਲਾਰ ਦੀ ਵਜ਼ਾਰਤ ਵਿੱਚ ਛੋਟੇ ਰਾਜੇ ਦਾ ਦਰਜਾ ਪ੍ਰਾਪਤ ਸੀ ਬਾਬਾ ਕਾਲੂ ਜੀ ਨੂੰ। ਫਿਰ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਬੇਦੀ ਉਹਨਾਂ ਦਾ ਸਰਨੇਮ ਹੈ। ਜੈਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੋਲ ਨੇ, ਤਿੰਨ ਬੇਦੀਆਂ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦੇ, ਜੈ ਤੈ ਭਏ ਸਹਾਏ। ਤੇ ਮਹਿਤਾ ਉਹਨਾਂ ਦੀ ਪਦਵੀ ਹੈਗੀ, ਉਹਨਾਂ ਦਾ ਜਿਹੜਾ ਡੈਜ਼ਿਗਨੇਸ਼ਨ ਹੈ ਉਹ ਮਹਿਤਾ, ਉਹਨਾਂ ਦਾ ਸਨਮਾਨਯੋਗ ਪਦਵੀ ਦਾ ਨਾਮ ਹੈ। ਇਸ ਲਈ ਸਾਰੇ ਹੀ ਨਨਕਾਣਾ ਸਾਹਿਬ ਵਿੱਚ ਮੈਂ ਅਰਜ਼ ਕਰਾਂ, ਸਾਰੇ ਖੁਸ਼ੀਆਂ ਦਾ ਮਾਹੌਲ ਸੀ ਬਈ ਬਾਬਾ ਕਾਲੂ ਜੀ ਦੇ ਘਰ ਵਿੱਚ ਕੋਈ ਔਲਾਦ ਪੈਦਾ ਹੋਣ ਵਾਲੀ ਹੈ ਤੇ ਬੜੇ ਜਸ਼ਨ ਹੋਣਗੇ, ਬੜਾ ਵੱਡਾ ਸਮਾਗਮ ਹੋਵੇਗਾ ਤੇ ਸਾਰੇ ਜਾਵਾਂਗੇ। ਤੇ ਦਾਈ ਦੌਲਤਾਂ ਨੂੰ ਤਾਂ ਬਾਬਾ ਕਾਲੂ ਜੀ ਨੇ ਕਹਿ ਹੀ ਦਿੱਤਾ ਸੀ ਵੀ ਭਲੀ ਖਬਰ ਸੁਣਾਏਂਗੀ ਤੇ ਦੌਲਤਾਂ ਤੇਰੀ ਝੋਲੀ ਮੋਤੀਆਂ ਨਾਲ ਭਰ ਦੇਵੀਆਂਗੇ। ਤੇ ਉਸ ਨੂੰ ਸਾਰਾ ਅਨੁਮਾਨ ਸੀ। ਅੱਜ ਕੱਲ ਮੈਡੀਕਲ ਸਾਇੰਸ ਬਹੁਤ ਤਰੱਕੀ ਕਰ ਗਈ ਹੈ ਔਰ ਸਾਰਾ ਕੁਝ ਪਤਾ ਚੱਲ ਜਾਂਦਾ ਹੈ ਵੀ ਬੱਚਾ ਨਾਰਮਲ ਪੈਦਾ ਹੋਵੇਗਾ ਕਿ ਜਾਂ ਕਿਸ ਤਰ੍ਹਾਂ ਨਾਲ ਡਿਲੀਵਰੀ ਹੋਵੇਗੀ। ਉਹਨਾਂ ਦਿਨਾਂ ਵਿੱਚ ਅਭਿਆਸੀ ਮਾਵਾਂ ਦੇਖ ਕੇ ਹੀ ਦੱਸ ਦਿੰਦੀਆਂ ਸਨ ਕਿ ਬੱਚੀ ਪੈਦਾ ਹੋਏਗੀ, ਕਿ ਬੱਚਾ ਪੈਦਾ ਹੋਏਗਾ, ਨਾਰਮਲ ਪੈਦਾ ਹੋਵੇਗਾ ਜਾਂ ਕਿਸ ਢੰਗ ਦੇ ਨਾਲ, ਉਹ ਸਾਰਾ ਉਹਨਾਂ ਦਾ ਅਨੁਭਵ ਹੈਗਾ। ਦੂਰ ਕਿਉਂ ਜਾਈਏ, ਤੁਹਾਡੇ ਚੋਂ ਹੀ ਸ਼ਾਇਦ ਕਾਫੀ ਸੱਜਣ ਐਸੇ ਬਜ਼ੁਰਗ ਮਿਲ ਜਾਣ ਜਿਨ੍ਹਾਂ ਦਾ ਜਨਮ ਕਿਸੇ ਹਸਪਤਾਲ ਵਿੱਚ ਨਹੀਂ ਹੋਇਆ, ਜਨਮ ਘਰ ਵਿੱਚ ਹੋਇਆ ਤੇ ਦਾਈ ਮਾਤਾ ਨੇ ਜਨਮ ਦੇ ਵੇਲੇ ਸੇਵਾ ਨਿਭਾਈ ਹੋਈ। ਕੋਈ ਬਹੁਤ ਪੁਰਾਣੀ ਗੱਲ ਨਹੀਂ ਹੈ ਵੀ ਬੜੇ ਪੁਰਾਣੇ ਸਮੇਂ ਤੋਂ ਇਹ ਖੇਡ, ਇਹ ਪਰੰਪਰਾ ਸਮਾਪਤ ਹੋ ਗਈ ਹੈ। ਹਾਲੇ ਵੀ ਕਿਧਰੇ ਕਿਧਰੇ ਪਰੰਪਰਾ ਮੌਜੂਦ ਹੈ। ਇਸ ਲਈ ਦੌਲਤਾਂ ਦਾਈ ਬੜੇ ਪ੍ਰਸੰਨ ਸਨ, ਉਹਦੇ ਨਾਲ ਸਹਾਇਕ ਦਾਈਆਂ ਬੜੀਆਂ ਪ੍ਰਸੰਨ ਸਨ ਬਈ ਵੱਡੇ ਘਰਾਣੇ ਵਿੱਚ ਬਾਲਕ ਪੈਦਾ ਹੋ ਰਿਹਾ ਹੈ ਤੇ ਸਾਡੀ ਝੋਲੀ ਦੌਲਤ ਨਾਲ ਭਰ ਜਾਏਗੀ। ਤੇ ਨਾਲੇ ਹੱਸ ਕੇ ਕਹਿਣ ਲੱਗੇ ਦੌਲਤਾਂ ਕਿ ਮੇਰਾ ਨਾਮ ਦੌਲਤਾਂ ਵੀ ਸਫਲ ਹੋ ਜਾਏਗਾ, ਚੰਗੀ ਦੌਲਤ ਮਿਲਣ ਵਾਲੀ ਹੈ। ਪਰ ਮਹਾਰਾਜ ਜੀ ਦੇ ਜਨਮ ਵੇਲੇ ਇਹ ਮਾਤਾ ਦੌਲਤਾਂ ਉਦਾਸ ਹੋ ਗਏ ਸਨ। ਇਹਨਾਂ ਦੇਖਿਆ ਬਾਲਕ ਦਾ ਜਨਮ ਤਾਂ ਹੋਇਆ ਹੈ ਪਰ ਬਾਲਕ ਨੇ ਰੋਣ ਦੀ ਆਵਾਜ਼ ਨਹੀਂ ਕੀਤੀ। ਤੁਹਾਡੇ ਚੋਂ ਕੋਈ ਡਾਕਟਰ ਬੈਠੇ ਹੋਣਗੇ, ਜਾਣਦੇ ਨੇ ਜੇ ਜਨਮ ਵੇਲੇ ਬੱਚਾ ਨਹੀਂ ਰੋਂਦਾ ਤਾਂ ਇਹਦਾ ਮਤਲਬ ਹੈ ਬੱਚਾ ਨਾਰਮਲ ਨਹੀਂ ਹੈਗਾ, ਅਬਨੋਰਮਲ ਹੈ। ਨਾਰਮਲ ਤਰੀਕੇ ਨਾਲ ਉਹਦਾ ਜਨਮ ਨਹੀਂ ਹੋਇਆ, ਉਸ ਨੂੰ ਪੀੜਾ ਦਾ, ਕਸ਼ਟ ਦਾ ਅਨੁਭਵ ਨਹੀਂ ਹੋਇਆ। ਇਸ ਕਰਕੇ ਜ਼ਿਹਨੀ ਤੌਰ ਤੇ ਉਹ ਬੱਚਾ ਪੂਰਾ ਵਿਕਸਿਤ ਨਹੀਂ ਹੈ ਜਿਹੜਾ ਰੋਂਦਿਆਂ ਹੋਇਆ ਜਨਮ ਨਹੀਂ ਲੈਂਦਾ। ਇਸ ਲਈ ਦੌਲਤਾਂ ਦਾਈ ਵੀ ਚਿੰਤਾ ਵਿੱਚ ਸਨ। ਉਹਨਾਂ ਨੇ ਹਲਕਾ ਜਿਹਾ ਗੁਰੂ ਨਾਨਕ ਦੇਵ ਜੀ ਦੇ ਚਰਨ ਵਿੱਚ ਪਹਿਲੇ ਆਪਣੇ ਹੱਥ ਨਾਲ ਧੱਫਾ ਜਿਹਾ ਮਾਰਨ ਦਾ ਯਤਨ ਕੀਤਾ ਬਈ ਇਹਨਾਂ ਨੂੰ ਥੋੜੀ ਪੀੜਾ ਹੋਵੇ ਤੇ ਰੋਣ ਦੀ ਆਵਾਜ਼ ਹੋਵੇ। ਪਰ ਗੁਰੂ ਨਾਨਕ ਰੋਏ ਨਹੀਂ ਸਾਧ ਸੰਗਤ। ਫਿਰ ਹੌਲੀ ਜਿਹੀ ਉਹਨਾਂ ਨੇ ਇੱਥੇ ਜਾਂਘ ਤੇ ਹਲਕਾ ਜਿਹਾ ਧੱਫਾ ਮਾਰਨ ਦਾ ਯਤਨ ਕੀਤਾ ਬਈ ਥੋੜਾ ਇਹਨਾਂ ਨੂੰ ਪੀੜਾ ਦਾ ਅਨੁਭਵ ਹੋਵੇ ਤੇ ਮੈਨੂੰ ਤਕਸੀਨ ਹੋਵੇ ਕਿ ਬੱਚਾ ਨਾਰਮਲ ਪੈਦਾ ਹੋਇਆ। ਪਰ ਸਾਧ ਸੰਗਤ ਹਕੀਕਤ ਇਹ ਹੈ ਜਿਹੜਾ ਸੰਸਾਰ ਦੇ ਰੋਣੇ ਮੁਕਾਉਣ ਵਾਸਤੇ ਆਇਆ ਹੋਵੇ ਉਹ ਜੇ ਖੁਦ ਹੀ ਰੋਂਦਿਆਂ ਹੋਇਆ ਆਵੇਗਾ ਤੇ ਰੋਣੇ ਕਿੱਥੋਂ ਖਤਮ ਹੋਣਗੇ। ਉਹ ਤਾਂ ਹੀ ਰੋਣੇ ਮੁਕਾ ਸਕਦਾ ਜੇ ਆਪ ਬਿਨਾਂ ਰੋਇਆਂ ਜਨਮ ਲਵੇ ਤੇ ਬਿਨਾਂ ਰੋਇਆਂ ਹੀ ਜਨਮ ਨਾ ਲਵੇ, ਮੁਸਕਰਾਉਂਦਿਆਂ ਹੋਇਆ ਜਨਮ ਲਵੇ। ਮੇਰਾ ਮਨ ਕਰਦਾ ਵੀ ਇੱਕ ਵਾਰੀ ਜਿਤਨੇ ਬੈਠੇ ਹੋ ਮਾਤਾਵਾਂ ਵੀਰ ਸਾਰੇ ਮਿਲ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਮਦ ਦਾ ਸਤਿਕਾਰ ਕਰਦਿਆਂ ਹੋਇਆਂ ਇੱਕ ਵੱਡਾ ਜੈਕਾਰਾ ਸਾਰੇ ਮਿਲ ਕੇ ਗਜਾਓ। ਨਹੀਂ, ਇੰਨੇ ਇੱਕ ਜੈਕਾਰੇ ਨਾਲ ਗੱਲ ਨਹੀਂ ਬਣਦੀ, ਥੋੜਾ ਹੋਰ ਇੱਕ ਗੱਜ ਕੇ ਜੈਕਾਰਾ ਬੁਲਾਓ। ਦੌਲਤਾਂ ਦਾਈ ਨੇ ਦੇਖਿਆ ਰੋਂਦੇ ਨਹੀਂ ਪਏ। ਜਦ ਤੀਜੀ ਵਾਰੀ ਮਾਰਨ ਦਾ ਯਤਨ ਕੀਤਾ ਨਾ ਤੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹਾਲੇ ਚੰਦ ਪਲ ਉਹਨਾਂ ਦੇ ਜਨਮ ਨੂੰ ਹੋਏ ਨੇ ਤੇ ਉਹਨਾਂ ਨੇ ਦੌਲਤਾਂ ਦਾਈ ਦੇ ਚਿਹਰੇ ਵੱਲ
नजरां मिला के देखिया ते नाले एक वड्डी सारी मुस्कुराहट भी पास की। मानो कह रहे होवन तू सानू ਇਹ ਧੱਫਿਆਂ ਨਾਲ ਕੀ ਰੁਲਾਉਣਾ ਹੈ, ਅਸੀਂ ਤਾਂ ਬਲਦੀ ਹੋਈ ਲੋਹ ਤੇ ਬੈਠ ਕੇ ਵੀ ਰੋਣਾ ਨਹੀਂ ਹੈ, ਅਸੀਂ ਤਾਂ ਬੰਦ ਕਟਾਉਂਦਿਆਂ ਹੋਇਆਂ ਵੀ ਰੋਣਾ ਨਹੀਂ ਹੈ, ਅਸੀਂ ਤਾਂ ਸਰਹੰਦ ਦੀਆਂ ਦੀਵਾਰਾਂ ਵਿੱਚ ਵੀ ਮੁਸਕਰਾਉਂਦੇ ਰਹਿਣਾ, ਸਾਨੂੰ ਤੇਰੇ ਧੱਫਿਆਂ ਨੇ ਕੀ ਰੁਲਾਉਣਾ ਹੈ। ਤੇ ਗੁਰੂ ਨਾਨਕ ਦੇਵ ਜੀ ਦੇ ਛੋਟੇ ਬਾਲ ਅਵਸਥਾ ਦੇ ਛੋਟੇ ਛੋਟੇ ਦੋਹਾਂ ਚਰਨਾਂ ਨੂੰ ਦੌਲਤਾਂ ਦਾਈ ਨੇ ਆਪਣੀ ਬੁੱਕ ਵਿੱਚ ਲਿਆ ਤੇ ਚੁੰਮਣ ਲੱਗ ਪਏ ਤੇ ਸੀਸ ਨਾਲ ਮਸਤਕ ਨਾਲ ਲਗਾਉਣ ਲੱਗ ਪਏ। ਤੇਤਰੇ ਨੂੰ ਧਨ ਜਨਨੀ ਜਿਨ ਜਾਇਆ, ਧਨ ਧਨ ਮਾਂ ਤ੍ਰਿਪਤਾ ਸਾਹਿਬਾਂ ਦੀ ਨਜ਼ਰ ਪਈ ਬਈ ਭਲਾ ਇਹ ਬਜ਼ੁਰਗ ਮਾਤਾ ਕੇ ਪਏ ਕਰਦੇ ਆਹਨ। ਜਨਮ ਸਾਖੀ ਦੇ ਬੋਲ ਨੇ ਸਾਡੇ ਬਾਲਕ ਕੇ ਪੈਰ ਪਏ ਚੁੰਮਦੇ ਹਨ, ਅਸਾਂ ਕੋ ਪਾਪ ਲੱਗ ਵੈਸੀ। ਸਾਧ ਸੰਗਤ ਉਹ ਜ਼ਮਾਨਾ ਸੀ ਜਦੋਂ ਲੋਕ ਸੋਚਦੇ ਸਨ ਬਈ ਜੇ ਕਿਸੇ ਬਜ਼ੁਰਗ ਦਾ ਸਿਰ ਝੁਕ ਗਿਆ ਸਾਡੇ ਸਾਹਮਣੇ ਤਾਂ ਸਾਨੂੰ ਵੱਡਾ ਪਾਪ ਲੱਗ ਜਾਏਗਾ, ਤੇ ਜੇ ਸਾਡਾ ਸਿਰ ਕਿਸੇ ਬਜ਼ੁਰਗ ਦੇ ਸਾਹਮਣੇ ਨਾ ਝੁਕਿਆ ਤਾਂ ਵੀ ਸਾਨੂੰ ਵੱਡਾ ਪਾਪ ਲੱਗ ਜਾਏਗਾ। ਅੰਜ ਵਾਂਗੂ ਨਹੀਂ ਬਈ ਅਸੀਂ ਖੁਦ ਹੀ ਆਪਣੇ ਬਜ਼ੁਰਗਾਂ ਦੀ, ਆਪਣੇ ਸਨਮਾਨਯੋਗ ਸ਼ਖਸੀਅਤਾਂ ਦਾ ਆਪੇ ਹੀ ਅਪਮਾਨ ਕਰਦੇ ਰਹੀਏ ਤੇ ਫਿਰ ਆਖੀਏ ਅਸੀਂ ਬੜੇ ਚੰਗੇ ਹਾਂ, ਸਾਨੂੰ ਪੁੰਨ ਪਾਪ ਦਾ ਕੋਈ ਅਸਰ ਨਹੀਂ ਹੈਗਾ। ਔਰ ਸੱਚ ਗੱਲ ਹੈ ਸਾਧ ਸੰਗਤ, ਜਿਹੜਾ ਆਪਣੇ ਬਜ਼ੁਰਗਾਂ ਦਾ ਦਿਲੋਂ ਸਨਮਾਨ ਨਹੀਂ ਕਰਦਾ ਉਹ ਭਾਵੇਂ ਦੁਨੀਆ ਦੀ ਕਿਤਨੀ ਵੱਡੀ ਪਦਵੀ ਤੇ ਪਹੁੰਚ ਜਾਏ, ਉਸ ਨੂੰ ਅਸਲੀ ਸਨਮਾਨ ਕਦੀ ਪ੍ਰਾਪਤ ਹੀ ਨਹੀਂ ਹੁੰਦਾ। ਉਹਦੀ ਝੋਲੀ ਵਿੱਚ ਅਪਮਾਨ ਹੀ ਪੈਂਦਾ ਹੈ। ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਧੰਨ ਧੰਨ ਮਾਂ ਤ੍ਰਿਪਤਾ ਸਾਹਿਬਾ ਜੀ ਨੇ ਆਖਿਆ, ਦਾਈ ਮਾਤਾਏ ਤੁਸਾਂ ਕੇ ਪਏ ਕਰਦੇ ਹੋ, ਸਾਡੇ ਬਾਲਕ ਕੇ ਪੈਰ ਪਏ ਚੁੰਮਦੇ ਹੋ, ਅਸਾਂ ਕੋ ਪਾਪ ਲੱਗ ਵੈਸੀ। ਇੱਕ ਵਾਰੀ ਫੇਰ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਵਾਰੀ ਫੇਰ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਤੇ ਦੌਲਤਾਂ ਦੇ ਨੇਤਰ ਹੰਝੂਆਂ ਨਾਲ ਭਰ ਗਏ, ਹੱਥ ਜੁੜੇ ਹੋਏ ਸਨ ਤੇ ਗਰਦਨ ਨਿਵਾ ਕੇ ਆਖਣ ਲੱਗੇ, ਨਾ ਤ੍ਰਿਪਤਾ ਤੋ ਸਾਡਾ ਤੇ ਸਾਡਾ ਦੋਹਾਂ ਦਾ ਨਾਮ ਸਫਲ ਥੀ ਗਿਆ ਹੈ। ਅਸਾਂ ਦੌਲਤਾਂ ਨਾਮ ਰਖਵਾਇਆ, ਮੈਂਡਾ ਨਾਮ ਦੌਲਤਾਂ ਰੱਖਿਆ, ਪਰ ਅੱਜ ਤੱਕ ਦੌਲਤ ਦਾ ਮੂੰਹ ਨਹੀਂ ਡਿੱਠਾ, ਪਰ ਟੰਡੇ ਲਾਲ ਕੇ ਕਦਮ ਚੁੰਮ ਕੇ ਸਾਡੀ ਝੋਲੀ ਤਿੰਨਾਂ ਲੋਕਾਂ ਦੀਆਂ ਦੌਲਤਾਂ ਨਾਲ ਭਰ ਗਈ ਹੈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ, ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ, ਤੇ ਆਖਣ ਲੱਗੇ ਤੋ ਸਾਡਾ ਨਾਮ ਤ੍ਰਿਪਤਾ ਵੀ ਸਫਲ ਹੋਏ ਗਿਆ ਹੈ, ਤੁਸਾਂ ਤ੍ਰਿਪਤ ਹੋਏ ਗਈਓ, ਤੋ ਸਾਡੇ ਘਰ ਬਾਲਕ ਨਾ ਆਇਆ, ਤ੍ਰਿਪਤਾ ਤੋ ਸਾਡੇ ਘਰ ਜਗਤ ਦਾ ਮਾਲਕ ਆਇਆ ਹੈ। ਬੜੀ ਵੱਡੀ ਖੇਡ ਹੈ। ਮੈਂ ਅਰਜ਼ ਕਰਾਂ ਸਤਿਗੁਰੂ ਜੀ ਦਾ ਆਉਣਾ ਹੀ ਜਗਤ ਨਾਲੋਂ ਨਿਰਾਲਾ ਹੈ। ਅਸ਼ਟਮੁਖੀਏ ਚਿਰਾਗ ਜਲਦੇ ਪਏ ਸਨ ਤੇ ਭਾਈ ਸੰਤੋਖ ਸਿੰਘ ਲਿਖਦੇ ਨੇ ਕਿ ਦੁੱਧ ਘਟ ਗਈ ਬਾਲ ਰਵ ਮਾਨੋ। ਉਹ ਅਸ਼ਟਮੁਖੀਏ ਚਿਰਾਗਾਂ ਦੀ ਰੋਸ਼ਨੀ ਮੱਧਮ ਪੈ ਗਈ ਤੇ ਇੱਕ ਅਗੰਮੀ ਸੂਰਜ ਦਾ ਪ੍ਰਕਾਸ਼, ਇੱਕ ਅਗੰਮੀ ਪ੍ਰਕਾਸ਼ ਉਸ ਖਾਨੇ ਵਿੱਚ, ਉਸ ਕਮਰੇ ਵਿੱਚ ਦਿਖਾਈ ਪਿਆ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ। ਬਾਹਰ ਆ ਕੇ ਦੌੜ ਕੇ ਤੇ ਬਾਬਾ ਕਾਲੂ ਜੀ ਨੂੰ ਖਬਰ ਦਿੱਤੀ। ਆਖਿਆ ਵੇ ਕਾਲੂ ਵਧਾਇਓ, ਤੋ ਸਾਡੇ ਘਰ ਬੇਸ਼ ਕੀਮਤੀ ਲਾਲ ਆਇਆ ਹੈ। ਉਹਨਾਂ ਦੇ ਗਲੇ ਵਿੱਚ ਮੋਤੀਆਂ ਦੀ ਮਾਲਾ ਸੀ, ਉਹਨਾਂ ਨੇ ਉਤਾਰੀ। ਆਖਿਆ ਝੋਲੀ ਕਰ, ਤੇਰੀ ਝੋਲੀ ਮੋਤੀਆਂ ਨਾਲ ਭਰ ਦੇਵੀ ਹੈ। ਤੇ ਉਸਨੇ ਬੜੇ ਮਸਤਾਨੇ ਅੰਦਾਜ਼ ਵਿੱਚ, ਬੜੇ ਅਲਬੇਲੇ ਅੰਦਾਜ਼ ਵਿੱਚ, ਬੜੀ ਪ੍ਰਸੰਨਤਾ ਨਾਲ ਆਖਿਆ। ਆਖਣ ਲੱਗੇ ਨਾ ਵੈ ਮਹਿਤਾ, ਇਹਨਾਂ ਮੋਤੀਆਂ ਕੋ ਚਾਹ ਆਪਣੇ ਕੋਲ ਰੱਖੇ, असां को उन्हें मोतियां की जरूरत रही आहे ना। टंडे लाल के दीदार ने मैं को निहाल कर छड़िया।
गुरु नानक देव जी दे दीदार तो पहला मोती मंगदी पई सी, वस्त्र मंगदी पई सी, भोजन मंगदी पई सी ते उदास सी बई बालक रोया नहीं ते मैनू की हुण मिलेगा। बच्चा अब नॉर्मल पैदा होया ते हुण निहाल हो गई। हुण मेहता जी मोती दिंदे ने, मंगदी नहीं पई, कहंदी मैं नहीं लैणे, क्योंकि समझ आ गई बालक नहीं मालक आया है। एक उन्हां दे जन्म दा दृश, एक गुरु नानक देव महाराज जी दा घरों चलण दा दृश भी मैं आप जी नाल साझा करना चाहता। ते समय दा भी मैं पूरा ख्याल रखना, तुहाडा समा जाया नहीं करना। बहुत खुशी दी गल है कि सिख पंथ दे महान पंथक शायर जिन्हां नूं तुसीं सुणिया भी होवेगा, अगे आनंदित होए होगे ते हुण भी सुणोगे ते आनंदित हो जाओगे। उन्हां दा एक एक शेर बेशकीमती है। मेरी मुराद है भाई साहब भाई ज्ञानी बलबीर सिंह जी बल होना तो उन्हां दास तो बाद एक छोटी जी नज़म तुहानूं सरवण कराउणी है। आपने प्रेम नाल बैठ के सरवण कर लेना। एक दृश गुरु नानक देव जी दे आगमन दा ते एक गुरु नानक देव जी दा दृश घरों चलण दा। ये दो दृश मैं आप नाल साझे करने ने, एक सुनाया ते एक सुनाण लगा। आप जितने बैठे हो ना मेरे समेत, दुनिया का कोई राजा महाराजा, कोई मिनिस्टर, कोई प्राइम मिनिस्टर ऐसा अज तक नहीं होया जेड़ा अपने घर ही बैठा रहा हो ते घरों बाहर ना आया हो। सत संगत इस तरह महान पुरख अवतारी पुरख पूजनीक पुरख भी अपने अपने घरां तो चले ने ते जगह जगह जाके संसार नूं पार ब्रह्म परमेश्वर दे मार्ग ते चलाया। मनुखता दी सांझ बनाउण दा संदेश ते उपदेश दिता है और सांझीवालता दा उन्होंने प्रचार ते प्रसार किया। जगत गुरु नानक देव महाराज भी अपने घरों चले ने, महात्मा बुद्ध भी अपने घरों चले सन, पर अपने घरों चलण विच महात्मा बुद्ध 19 दफा सफल हो गए सन, नहीं निकल सके घरों। कदी उन्होंने अपने बच्चे राहुल का ख्याल आ जाता रहा भी मेरे नाल दा प्यार बड़ा ज्यादा है, मेरे तो बिना ये सौंदा नहीं है, मेरे बिना ये भोजन नहीं करता, ते जे मैं घरों चला जावांगा ये तो रो रो के फावा हो जाएगा, ये तो रो रो के कमला हो जाएगा। ते फिर पहले दिन घरों निकलन लगे सन रात दी तारीखी विच, ते सिद्धारथ महात्मा बुद्ध फिर वापस आ गए। बच्चे दी ममता ने उन्होंने रोक लिया। फिर दूसरे दिन फिर निकलन लगे रात नूं, फिर आखण लगे मेरी पत्नी गोपा ये बड़ी उदास हो जाएगी, ये मेरे बिना पानी भी नहीं पींदी, इहने भोजन भी नहीं करना, ये सारा जीवन अपना खत्म कर लेगी, इसते बिना भी मैं किवें जी सकांगा। इस बारी पत्नी दे मोह ने रोक लिया ते नहीं जा सके। फिर अपनी रानी मां, फिर अपना राजा पिता, फिर अपनी सल्तनत, ते इस तरह रस्ते दियां कठिनाइयां ते बिना किसी मंजिल दे नाम तो बिना चलना लंबे रस्ते दियां कठिनाइयां दा ख्याल उन्होंने वापस ले आउंदा रहा। ते फिर 20वीं दफा महात्मा बुद्ध अपने घरों निकलण विच सफल होए। उन्हें अपनी पत्नी नूं सुत्ती हुई नूं छड्डिया, अपने बच्चे नूं सुत्ते हुए नूं छड्डिया, अपने माता पिता दरबारियां नूं सुत्ते हुए छड्डिया, ते रात दी तारीखी विच अंधेरे विच दीवार टप के महात्मा बुद्ध अपने घरों निकल गए। सवेर हुई ते पता चलिया भी सिद्धारथ किथे है। पहला तो महल विच ही लभदे रहे, ऐस कमरे च होणगे, ऐस कमरे च होणगे, इत्थे होणगे, दीवान खाने विच होणगे, पर आखिर शाम तक ये पूरा डिक्लेयर हो गया भी सिद्धारथ घरों निकल गए ने ते इत्थे नहीं है। फिर मैं अर्ज करा त्रेते दे लागे लागे दे महाराजा दशरथ ने अपने सहयोगी ते अपने निकटवर्ती ते अपने करीबी मित्र राजियां नूं भी न्योता दिता सी, वो भी सारे आए हुए सी। ते सारा राज महल
ਚਰਾਗਾਂ ਨਾਲ ਸਜਾਇਆ ਹੋਇਆ ਸੀ, ਦੀਪਮਾਲਾ ਕੀਤੀ ਹੋਈ ਸੀ ਤੇ ਸਾਰਿਆਂ ਦੇ ਮਨ ਵਿੱਚ ਸ੍ਰੀ ਰਾਮ ਸਮੇਤ ਉਤਸ਼ਾਹ ਸੀ ਬਈ ਕੱਲ ਨੂੰ ਅਯੋਧਿਆ ਨੂੰ ਸ੍ਰੀ ਰਾਮ ਰਾਜਾ ਦੇ ਰੂਪ ਵਿੱਚ ਪ੍ਰਾਪਤ ਹੋਵਣਗੇ। ਪਰ ਅੱਧੀ ਰਾਤ ਨੂੰ ਕੈਕੇਈ ਨੇ ਮਥੁਰਾ ਦੇ ਕਹਿਣ ਤੇ ਰਾਜਾ ਦਸ਼ਰਥ ਤੋਂ ਲਿਖਵਾ ਲਿਆ ਬਈ ਕੱਲ ਨੂੰ ਰਾਮ ਰਾਜਾ ਰਾਮ ਨਹੀਂ ਹੋਣਗੇ, ਮੇਰਾ ਪੁੱਤਰ ਭਰਤ ਰਾਜਾ ਹੋਵੇਗਾ। ਤੇ ਰਾਜਾ ਦਸ਼ਰਥ ਨੇ ਲਿਖ ਕੇ ਦੇ ਦਿੱਤਾ। ਸਵੇਰੇ ਆਏ ਸਨ ਸ੍ਰੀ ਰਾਮ ਸਿੰਘਾਸਣ ਵਾਲੇ ਥਾਂ ਜਿੱਥੇ ਦੀਵਾਨ ਲੱਗਿਆ ਹੋਇਆ ਸੀ, ਜਿੱਥੇ ਰਾਜੇ ਮਹਾਰਾਜਾ ਨੇ ਬੈਠਣਾ ਸੀ ਤੇ ਸ੍ਰੀ ਰਾਮ ਨੂੰ ਰਾਜ ਤਿਲਕ ਹੋਣਾ ਸੀ, ਪਰ ਉੱਥੇ ਸੁੰਨਾਪਨ ਦਿਖਾਈ ਪਿਆ। ਸ੍ਰੀ ਰਾਮ ਨੇ ਇੱਕ ਦੋ ਨੂੰ ਪੁੱਛਿਆ ਵੀ ਕੀ ਗੱਲ ਹੈ, ਅਜੇ ਤੱਕ ਜਿਹੜਾ ਮਹੂਰਤ ਦੱਸਿਆ ਸੀ ਉਹ ਤਾਂ ਪੂਰਾ ਹੋ ਗਿਆ ਤੇ ਮੈਂ ਵੀ ਆਇਆ ਹੋਇਆ ਹਾਂ, ਤੇ ਕਾਰਨ ਕੀ ਹੈ? ਮਹਾਰਾਜਾ ਦਸ਼ਰਥ ਪਿਤਾ ਜੀ ਕਿਉਂ ਨਹੀਂ ਆਏ? ਤੇ ਪਤਾ ਚੱਲਿਆ ਬਈ ਇਹ ਭਾਣਾ ਵਰਤ ਗਿਆ ਹੈ, ਤੁਹਾਨੂੰ 14 ਸਾਲ ਦਾ ਬਨਵਾਸ ਦਿੱਤਾ ਗਿਆ ਤੇ ਤੁਹਾਡੇ ਭਰਾਤਾ ਭਰਤ ਨੂੰ ਸਿੰਘਾਸਣ ਦਿੱਤਾ ਗਿਆ। ਤੇ ਸ੍ਰੀ ਰਾਮ ਬਨਵਾਸ ਵਾਸਤੇ ਚੱਲੇ ਸਨ। ਉਹਨਾਂ ਦੇ ਕੰਠ ਵਿੱਚ ਹੰਝੂਆਂ ਦੀ ਮਾਲਾ ਸੀ, ਉਹਨਾਂ ਦੇ ਜਿਹੜੇ ਸਾਧੂਆਂ ਵਾਲੇ ਰਿਸ਼ੀਆਂ ਮੁਨੀਆਂ ਵਾਲੇ ਬਸਤਰ ਸਨ, ਰਾਜ ਬਸਤਰ ਉਹਨਾਂ ਨੇ ਉਤਾਰ ਦਿੱਤੇ ਸਨ, ਉਹ ਬਸਤਰ ਉਹਨਾਂ ਦੇ ਹੰਝੂਆਂ ਨਾਲ ਭਰੇ ਹੋਏ ਸਨ। ਤੇ ਰੋਂਦਿਆਂ ਹੋਇਆਂ ਸ੍ਰੀ ਰਾਮ ਤ੍ਰੇਤੇ ਦੇ ਮਹਾਨ ਅਵਤਾਰੀ ਪੁਰਸ਼, ਭਾਰਤ ਦੇ ਪੂਜਨੀਕ ਅਵਤਾਰੀ ਪੁਰਸ਼ ਸ੍ਰੀ ਰਾਮ ਰੋਂਦਿਆਂ ਹੋਇਆਂ ਆਪਣੇ ਘਰੋਂ ਨਿਕਲੇ। ਭਾਵੇਂ ਉਹਨਾਂ ਨੂੰ ਪਤਾ ਹੈ ਵੀ 14 ਸਾਲ ਦਾ ਬਨਵਾਸ ਦਿਨ ਰਾਤ ਲਗਾ ਕੇ 7 ਸਾਲਾਂ ਵਿੱਚ ਪੂਰਾ ਹੋ ਜਾਣਾ ਤੇ ਰਾਜ ਸਿੰਘਾਸਣ ਫਿਰ ਮੇਰਾ ਹੀ ਹੈਗਾ। ਮਹਾਰਾਜਾ ਦਸ਼ਰਥ ਵੀ ਬਹੁਤ ਉੱਚੀ ਉੱਚੀ ਰੋਏ ਤੇ ਉਹਨਾਂ ਨੇ ਆਪਣੇ ਪ੍ਰਾਣ ਵੀ ਪੁੱਤਰ ਵਿਯੋਗ ਵਿੱਚ ਦੇ ਦਿੱਤੇ। ਤੇ ਖੁਸ਼ੀਆਂ ਦੀ ਜਗ੍ਹਾ ਅਯੋਧਿਆ ਵਿੱਚ ਮਾਤਮ ਛਾ ਗਿਆ ਤੇ ਸਾਰੇ ਅਯੋਧਿਆ ਨਿਵਾਸੀਆਂ ਨੇ ਦੀਪਮਾਲਾ ਬੁਝਾ ਦਿੱਤੀਆਂ। ਆਖਿਆ ਰਾਮ ਤਾਂ ਨਹੀਂ ਮਿਲੇ, ਦਸ਼ਰਥ ਵੀ ਹੱਥੋਂ ਜਾਂਦੇ ਰਹੇ। ਸਾਰੀਆਂ ਖੁਸ਼ੀਆਂ ਦੇ ਸਾਜੋ ਸਮਾਨ ਮਾਤਮ ਦੀਆਂ ਵਸਤੂਆਂ ਵਿੱਚ ਬਦਲ ਗਏ ਤੇ ਮੈਂ ਅਰਜ਼ ਕਰਾਂ ਘਰੋਂ ਗੁਰੂ ਨਾਨਕ ਵੀ ਨਿਕਲੇ ਹਨ। ਬਸ ਇਹ ਦ੍ਰਿਸ਼ ਧਿਆਨ ਨਾਲ ਆਪਣੇ ਹਿਰਦੇ ਦੇ ਨੇਤਰਾਂ ਨਾਲ ਨਿਹਾਰ ਲੈਣਾ ਤੇ ਸਤਿਗੁਰੂ ਜੀ ਦੀ ਵਡਿਆਈ ਦਾ ਤੁਹਾਨੂੰ ਬੋਧ ਹੋ ਜਾਏਗਾ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਹਾਨ ਬਰਕਤ ਦਾ ਬੋਧ ਹੋਵੇਗਾ, ਜਿਨ੍ਹਾਂ ਦੀ ਪਾਵਨ ਮਹਾਨ ਵਡਿਆਈ ਮਈ ਇਹ ਬਰਕਤ ਨੂੰ ਝੋਲੀ 'ਚ ਪਵਾਉਣ ਲਈ ਤੁਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਆਗਮਨ ਦਿਵਸ ਮਨਾ ਰਹੇ ਹੋ। ਐਚਆਈ ਜੀ ਦੀ ਸਾਰੀ ਵੈਲਫੇਅਰ ਐਸੋਸੀਏਸ਼ਨ ਨੇ ਮਿਲ ਕੇ ਇਹ ਵੱਡੇ ਸਮਾਗਮ ਰੱਖੇ ਹਨ। ਸਾਡੇ ਬਹੁਤ ਹੀ ਸਤਿਕਾਰਯੋਗ ਨੇ ਗੁਰਮੁਖ ਪਿਆਰੇ ਭਾਈ ਰਘਵੀਰ ਸਿੰਘ ਜੀ ਬਰਾੜ ਹਨ, ਔਰ ਇਸੇ ਤਰ੍ਹਾਂ ਜਸਵਿੰਦਰ ਸਿੰਘ ਜੀ। ਅੰਗਰੇਜ਼ੀ 'ਚ ਲਿਖਿਆ, ਮੇਰੀ ਅੰਗਰੇਜ਼ੀ ਥੋੜੀ ਜਿਹੀ ਮਾੜੀ ਹੈ। ਰਾਜਵੀਰ ਸਿੰਘ ਜੀ ਬਰਾੜ, ਗੁਰਨਾਮ ਸਿੰਘ ਜੀ, BS ਵਾਲੀਆ ਜੀ, ਸੰਜੇ ਜੀ, ਔਰ ਹੋਰ ਇਸ ਤਰ੍ਹਾਂ ਕ੍ਰਿਸ਼ਨਵੀਰ ਸਿੰਘ ਜੀ, ਭਾਈ ਨਿਰਮਲ ਸਿੰਘ ਜੀ, ਸਰਵਿੰਦਰ ਸਿੰਘ ਜੀ ਬਰਾੜ, ਇਹ ਸਾਰੇ ਮਿਲ ਕੇ ਆਪ ਸਾਰੀਆਂ ਸੰਗਤਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਮਹਾਨ ਸਮਾਗਮਾਂ ਦਾ ਆਯੋਜਨ ਕੀਤਾ ਹੈ। ਔਰ ਬਹੁਤ ਹੀ ਸਾਡੇ ਸਤਿਕਾਰਯੋਗ ਸਰਦਾਰ ਇੰਦਰਜੀਤ ਸਿੰਘ ਜੀ ਗਰੋਵਰ ਜੋ ਪ੍ਰਾਪਰਟੀ ਡੀਲਿੰਗ ਦੀ ਸੇਵਾ ਕਰਦੇ ਹਨ, ਮਹਾਰਾਜ ਜੀ ਦੀਆਂ ਹਾਜ਼ਰੀਆਂ ਭਰ ਰਹੇ ਨੇ ਤੇ ਹੋਰ ਵੀ ਸਨਮਾਨਯੋਗ ਸ਼ਖਸੀਅਤਾਂ ਆਪ ਗੁਰੂ ਸੰਗਤ ਰੂਪ ਵਿੱਚ ਹਾਜ਼ਰੀਆਂ ਭਰ ਰਹੇ ਹੋ। ਮੈਂ ਸਾਰੀ ਸੰਗਤ ਦੇ ਚਰਨਾਂ ਤੇ ਨਮਸਕਾਰ ਕਰਦਿਆਂ ਹੋਇਆਂ, ਸਤਿਕਾਰ ਕਰਦਿਆਂ ਹੋਇਆਂ ਇਹ ਬਚਨ ਆਪ ਨਾਲ ਸਾਂਝਾ ਕਰ ਰਿਹਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੁਲਤਾਨਪੁਰ ਦੀ ਇਹ ਗਾਥਾ ਹੈ। ਸੁਲਤਾਨੁਲ ਸੁਲਤਾਨ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਘਰੋਂ ਨਿਕਲਣ ਲੱਗੇ ਤੇ ਰਾਤ ਦਾ ਹਨੇਰਾ ਨਹੀਂ ਹੈ, ਤਾਰੀਕੀ ਨਹੀਂ ਹੈ, ਮਾਤਮੀ ਮਾਹੌਲ ਨਹੀਂ ਹੈ। ਗੁਰੂ ਨਾਨਕ ਅੰਮ੍ਰਿਤ ਵੇਲੇ ਜਾਪ ਤੋਂ ਬਾਅਦ ਭੋਜਨ ਆਦਿ ਕਰਕੇ ਤੇ ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਨੂੰ ਨਾਲ ਲੈ ਕੇ ਤੇ ਆਪਣੇ ਘਰੋਂ ਨਿਕਲੇ। ਤੇ ਭਾਈ ਮਰਦਾਨਾ ਜੀ ਨੂੰ ਕਿਹਾ, ਭਾਈ ਜੀ ਹਲਕੀ ਹਲਕੀ ਰਬਾਬ ਵਜਾਈ ਜਾਓ।
गुरु नानक मातमी माहौल विच नहीं निकले, गुरु नानक रोंदे होए घरों नहीं निकले। ये दुनिया दे पहले रहबरी पुरुष ने जिन्हां ने मुस्कुराउंदियां होया जन्म लिया ते गाउंदियां होया घरों बाहर पहला कदम रखिया। रोंदियां होया नहीं, मुस्कुराउंदियां होया ते गाउंदियां होया। जयकारा थोड़ा वड्डा बुलाओ तो मेरा हौसला भी थोड़ा वड्डा हो जाएगा। मिलके जयकारा बुलाओ। गुरु गोबिंद सिंह महाराज जी दे अजीमुल शान तखत सचखंड श्री हरमंदर साहिब पटना साहिब जी दे जदों दी अपने घर विच नाल जयकारे बुलाउंदे होगे, पर अज मेरा मन करदा सारे जितने बैठे हो ना, सारे मिलके एक वड्डा सारा जयकारा बुलाओ। असलीयत यह है जिहड़ा गुरु दी जय जयकार करदा है, गुरु ओदी जय जयकार तिन्हां लोकां विच करवा दिंदा है। जगत गुरु नानक दे महाराज घरों निकलन लगे ना, ते सब तो पहले महान बुजुर्ग जिन्हां नूं गुरु नानक ने अपना पिता होण दा सन्मान दिता है। बल साहब बैठे ने इतिहास दियां बारीकियां नूं जाणदे ने। गुरु नानक दे महाराज जी ने अपना पिता होण दा सन्मान सुल्तानपुर दे महान नवरत्नां विचों कह लो वड्डे रतन